ਨਾਮ ਗੁਰੂ ਦਾ ਸਾਚਾ ਹੋਰਾ, ਗੁਰੂ ਦਾ ਸਾਚਾ। ਨਾਮ ਗੁਰੂ ਦਾ ਸਾਚਾ ਹੋਰਾ, ਗੁਰੂ ਦਾ ਸਾਚਾ। ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਪਹਿਲਾਂ ਵੀ ਗੌੜੀ ਰਾਗ ਦੇ ਵਿੱਚ ਜਾਂ ਸੁਖਮਨੀ ਸਾਹਿਬ ਦੇ ਵਿੱਚ ਜੋ ਕੁਝ ਸੰਤ ਸਤਿਗੁਰਾਂ ਨੇ ਸਾਡੇ ਜੀਵਾਂ ਦੇ ਭਲੇ ਦੀ ਖਾਤਰ ਲਿਖਿਆ ਹੈ ਉਹਨੂੰ ਅੱਛੀ ਤਰ੍ਹਾਂ ਖੋਲ ਕੇ ਸੰਤ ਮਤ ਦੇ ਅਸੂਲਾਂ ਦੇ ਮੁਤਾਬਕ ਹੀ ਬਿਆਨ ਕੀਤਾ ਹੈ, ਬੋਲਿਆ ਹੈ। ਪ੍ਰੇਮੀ ਬੜਾ ਉਸ ਤੋਂ ਫਾਇਦਾ ਉਠਾਉਂਦੇ ਹੈ। ਮੈਂ ਰਸਲ ਪਰਕਿੰਸ ਦੇ ਨਾਲ ਵਾਅਦਾ ਕੀਤਾ ਸੀ ਕਿ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੈਸੇ ਤਾਂ ਤੁਕ ਸੰਤਾਂ ਦੀ ਬਾਣੀ ਇੱਜ਼ਤ ਦੇ ਕਾਬਿਲ ਹੁੰਦੀ ਹੈ, ਕਿਉਂਕਿ ਉਹਨਾਂ ਨੇ ਸਾਨੂੰ ਸਹੀ ਸੇਧ ਔਰ ਜਾਣਕਾਰੀ ਦਿੱਤੀ ਹੁੰਦੀ ਹੈ। ਮੈਂ ਰਸਲ ਪਰਕਿੰਸ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਆਸਾ ਜੀ ਦੀ ਵਾਰ ਉੱਪਰ ਵੀ ਸਤਸੰਗ ਬੋਲੂੰਗਾ, ਕਰੂੰਗਾ, ਲੇਕਿਨ ਆਪ ਸਭ ਨੂੰ ਪਤਾ ਹੈ ਕਿ ਮੈਂ ਪਿਛਲੇ ਮਹੀਨਿਆਂ ਵਿੱਚ ਸਿਹਤ ਠੀਕ ਨਾ ਹੋਣ ਕਰਕੇ ਕਰ ਨਹੀਂ ਸਕਿਆ। ਮੈਨੂੰ ਅੱਜ ਖੁਸ਼ੀ ਹੈ ਰਸਲ ਪਰਕਿੰਸ ਵੀ ਇੱਥੇ ਬੈਠਾ ਹੈ ਤੇ ਮੈਂ ਅੱਜ ਉਹ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਔਰ ਇਹ ਆਪਣੇ ਗੁਰੂ ਦੇਵ ਦੀ ਦਇਆ ਦੇ ਨਾਲ ਹੀ ਮੈਂ ਉਦਮ ਆਰੰਭਿਆ ਹੈ। ਆਸ਼ਾ ਹੈ ਕਿ ਗੁਰੂ ਦੇਵ ਆਪਣੀ ਦਇਆ ਕਰਕੇ ਹਿੰਮਤ ਬਖਸ਼ਣਗੇ ਔਰ ਆਪਣੇ ਕਾਰਜ ਨੂੰ ਖੁਦ ਹੀ ਕਰ ਲੈਣਗੇ। ਸਾਨੂੰ ਉਸ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਹਨੇ ਸਾਨੂੰ ਮਨੁੱਖ ਦਾ ਜਾਮਾ ਅਮੋਲਕ ਬਖਸ਼ਿਆ ਹੈ ਔਰ ਸੁੰਦਰ ਅਰੋਗ ਦੇਹੀ ਬਖਸ਼ੀ ਹੈ। ਹੋਰ ਵੀ ਬਹੁਤ ਸਾਰੇ ਸੁੱਖਾਂ ਦੇ ਸਾਧਨ ਬਖਸ਼ੇ ਹੋਏ ਹੈ ਔਰ ਸਾਨੂੰ ਇਸ ਵਾਸਤੇ ਉਹਨੇ ਸੰਸਾਰ ਵਿੱਚ ਭੇਜਿਆ ਕਿ ਮੈਂ ਤੁਹਾਨੂੰ ਆਪਦੇ ਨਾਲੋਂ ਵਿਛੋੜਦਾ ਹਾਂ, ਤੁਹਾਨੂੰ ਮਿਲਣ ਦਾ ਵੀ ਮੌਕਾ ਦੇਵਾਂਗਾ। ਮੈਂ ਉਹਨਾਂ ਨੂੰ ਬੜਾ ਭਾਰੀ ਇਨਾਮ ਇਹੀ ਘਰ ਫੇਰ ਦੇਵਾਂਗਾ ਜਿੱਥੋਂ ਮੈਂ ਵਿਛੋੜ ਰਿਹਾ ਹਾਂ। ਅਗਰ ਤੁਸੀਂ ਹਿੰਮਤ ਕਰਕੇ ਮੈਨੂੰ ਮਿਲ ਸਕੋ। ਉਹਨੇ ਆਪਣੇ ਪਿਆਰੇ ਭੇਜੇ ਆਪਦਾ ਗਿਆਨ ਕਰਾਉਣ ਵਾਸਤੇ। ਸੰਤ ਮਹਾਤਮਾ ਪਰਮਾਤਮਾ ਦਾ ਹੀ ਸਾਨੂੰ ਗਿਆਨ ਕਰਾਉਂਦੇ ਹੈ, ਉਹਦੇ ਮਿਲਣ ਦਾ ਸਾਧਨ ਔਰ ਤਰੀਕਾ ਦੱਸਦੇ ਹੈ। ਮਹਾਤਮਾ ਸਾਨੂੰ ਆ ਕੇ ਹੱਥ ਧਰ ਕੇ ਬੈਠਣਾ ਨਹੀਂ ਸਿਖਾਉਂਦੇ ਗੇ। ਉਹ ਕਹਿੰਦੇ ਹੈ ਅਗਰ ਕੋਈ ਬਿਮਾਰੀ ਹੈ ਉਸ ਦਾ ਉਪਾਅ ਜ਼ਰੂਰ ਹੈ। ਔਰ ਤੁਹਾਨੂੰ ਪਤਾ ਹੈ ਕਿ ਗੌਰਮੈਂਟ ਨੇ ਵੀ, ਸਿਆਣੇ ਆਦਮੀਆਂ ਨੇ ਵੀ, ਜਿਨ੍ਹਾਂ ਨੂੰ ਪਰਮਾਤਮਾ ਨੇ ਇਹ ਦੁਨੀਆ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ ਹੈ, ਉਹਨਾਂ ਨੇ ਕਾਨੂੰਨ ਬਣਾਏ ਔਰ ਕਾਨੂੰਨ ਕਿ ਕਿਸ ਤਰ੍ਹਾਂ ਸੰਸਾਰ ਵਿੱਚ ਰਹਿਣਾ ਹੈ ਔਰ ਉਹ ਕਾਨੂੰਨ ਲੁਕੋ ਕੇ ਨਹੀਂ ਰੱਖੇ, ਬਲਕਿ ਉਹਨਾਂ ਨੂੰ ਛੁਪਾ ਦਿੱਤਾ। ਜਿਹਦੀ ਮਰਜ਼ੀ ਹੈ ਉਸ ਦੀ ਜਾਣਕਾਰੀ ਕਰੇ। ਉਹਦੇ ਵਿੱਚ ਕੀ ਦਫੇ ਲਾਏ ਹੈ ਕਿ ਕਤਲੀ ਆਦਮੀ ਨੂੰ ਇਹ ਕੋਈ ਸਜ਼ਾ ਮਿਲੇਗੀ, ਚੋਰ ਨੂੰ ਇਹ ਮਿਲੇਗੀ, ਜਨਾਹਕਾਰ ਨੂੰ ਇਹ ਸਜ਼ਾ ਮਿਲੇਗੀ। ਅਗਰ ਕੋਈ ਆਦਮੀ ਕਤਲ ਕਰਕੇ, ਚੋਰੀ ਕਰਕੇ ਇਹ ਕਹੇ ਕਿ ਮੇਰੇ ਨਾਲ ਬੜੀ ਭਾਰੀ ਬੇਇਨਸਾਫੀ ਹੈ, ਸੈਸ਼ਨ ਨੂੰ ਜਾ ਕੇ ਕਹੇ ਕਿ ਮੈਨੂੰ ਪਤਾ ਨਹੀਂ ਸੀਗਾ ਵੀ ਅਗਰ ਤੁਹਾਡੇ ਐਸੇ ਕਾਨੂੰਨ ਹੈ ਸਜ਼ਾ ਦੇਣ ਵਾਲੇ ਤਾਂ ਮੈਂ ਇਹ ਕੰਮ ਨਾ ਕਰਦਾ। ਉਹ ਕਹਿੰਦੇ ਦੇਖ ਵੀ ਪਿਆਰਿਆ, ਕਾਨੂੰਨਾਂ ਨੂੰ ਸਮਝਣਾ, ਦੇਖਣਾ ਇਹ ਤੇਰਾ ਫਰਜ਼ ਸੀ। ਅਸੀਂ ਕੋਈ ਕਾਨੂੰਨ ਲੁਕੋ ਕੇ ਨਹੀਂ ਰੱਖੇਗੇ। ਹੁਣ ਤੇਰੇ ਨਾਲ ਇਨਸਾਫ ਹੋਏਗਾ, ਬੇਇਨਸਾਫੀ ਕੋਈ ਨਹੀਂ ਕਰੇਗਾ। ਤੁਹਾਨੂੰ ਪਤਾ ਹੈ ਕਿ ਜਦ ਥੱਲੇ ਵਾਲੇ ਕੋਰਟ ਸਜ਼ਾ ਦੇ ਦਿੰਦੇ ਹੈ, ਉਹ ਫਿਰ ਉੱਪਰਲੀ ਅਦਾਲਤ ਦੇ ਵਿੱਚ ਜਾ ਕੇ ਰਹਿਮ ਦੀ ਅਪੀਲ ਕਰਦਾ ਹੈ। ਕਈ ਦਫਾ ਉਹ ਰਹਿਮ ਦੀ ਅਪੀਲ ਮਨਜ਼ੂਰ ਹੋ ਜਾਂਦੀ ਹੈ, ਉਹ ਛੁੱਟ ਜਾਂਦਾ ਹੈ, ਲੇਕਿਨ ਇਹ ਹਰ ਇੱਕ ਦੇ ਨਸੀਬ ਵਿੱਚ ਨਹੀਂ ਕਿ ਰਹਿਮ ਦੀ ਅਪੀਲ ਜਿਹੜੀ ਹੈ ਉਹ ਹਰੇਕ ਨੂੰ ਉਹਦਾ ਫਾਇਦਾ ਪਹੁੰਚੇ। ਇਸੇ ਤਰ੍ਹਾਂ ਪਰਮਾਤਮਾ ਨੇ ਆਪਣਾ ਗਿਆਨ, ਆਪਣੀ ਬਖਸ਼ਿਸ਼ ਦੇ ਕੇ
ਮਹਾਤਮਾ ਨੂੰ, ਗੁਰੂਆਂ ਪੀਰਾਂ ਨੂੰ ਇਹ ਸੰਸਾਰ ਵਿੱਚ ਭੇਜਿਆ, ਉਹਨਾਂ ਨੇ ਵੀ ਜੋ ਅੰਤਰੀ ਕਾਨੂੰਨ ਇਸ ਆਤਮਾ ਤੇ ਲਾਗੂ ਹੁੰਦੇ ਹੈ ਉਹ ਸੱਥ ਲੁਕੋ ਕੇ ਨਹੀਂ ਰੱਖੇ। ਉਹ ਉਹਨਾਂ ਨੇ ਆਪਣੀਆਂ ਲੇਖਣੀਆਂ ਦੇ ਅੰਦਰ ਬੜਾ ਖੋਲ ਕੇ ਸਾਨੂੰ ਸਮਝਾਇਆ ਕਿ ਹਰ ਵਿਅਕਤੀ ਦਾ ਅੱਗੇ ਹਿਸਾਬ ਕਿਤਾਬ ਕਰਨ ਵਾਸਤੇ ਇੱਕ ਖਾਸ ਦੇਵਤਾ, ਜਿਹਨੂੰ ਧਰਮਰਾਜ ਕਹਿੰਦੇ, ਮੁਕਰਰ ਕੀਤਾ ਗਿਆ ਹੈ। ਉਹਨੂੰ ਕਿਸੇ ਗਵਾਹੀ ਜਾਂ ਸ਼ਹਿਦੀ ਦੀ ਲੋੜ ਨਹੀਂ ਗੀ। ਜੋ ਤੁਹਾਡਾ ਮਾਲਨਾਮਾ ਹੈ ਉਹ ਅੱਛੀ ਤਰ੍ਹਾਂ ਜਾਣਦਾ ਹੈ, ਸਮਝਦਾ ਹੈ। ਔਰ ਜੇ ਕੋਈ ਇਹ ਕਵੇ ਕਿ ਜੀ ਸਾਨੂੰ ਤਾਂ ਪਤਾ ਨਹੀਂ ਸੀਗਾ, ਇਹ ਜਾਣਕਾਰੀ ਨਹੀਂ ਸੀਗੀ, ਨਹੀਂ ਤਾਂ ਅਸੀਂ ਕਰਦੇ ਨਾ, ਉਹ ਬੜਾ ਅੱਛੀ ਤਰ੍ਹਾਂ ਪੁੱਛਦੇ ਆ, ਕਿਉਂ ਬਈ ਤੂੰ ਕਦੇ ਕਿਸੇ ਮਹਾਤਮਾ ਦੀ ਬਾਣੀ ਨਹੀਂ ਪੜ੍ਹੀ, ਤੈਨੂੰ ਇਹ ਚੀਜ਼ ਤਾਂ ਪਤਾ ਨਹੀਂ ਸੀਗਾ, ਇਹ ਜੀਵ ਕਿਸ ਤਰ੍ਹਾਂ ਮੁਕਰ ਸਕਦਾ ਹੈ। ਸੰਤਾਂ ਮਹਾਤਮਾ ਦੇ ਜੋ ਗ੍ਰੰਥ ਹਨ ਇਹ ਵੀ ਇੱਕ ਉਸ ਪ੍ਰਮਾਤਮਾ ਦੇ ਮਿਲਣ ਵਾਸਤੇ ਇੱਕ ਕਾਨੂੰਨ ਹਨ ਕਿ ਕਿੰਨਾ ਕਾਨੂੰਨਾਂ ਤੇ ਚੱਲ ਕੇ, ਕਿੰਨਾ ਕਾਇਦਿਆਂ ਦਾ ਅਸੀਂ ਪਾਲਣ ਕਰਕੇ ਅੱਗੇ ਜਾ ਕੇ ਉਸ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ, ਆਪਣੇ ਘਰੇ ਪਹੁੰਚ ਸਕਦੇ ਹਾਂ। ਕਿਸ ਕਿਸ ਕਰਮ ਦਾ ਕੀ ਕੀ ਅੱਗੇ ਹਿਸਾਬ ਕਿਤਾਬ, ਕੀ ਕੀ ਸਜ਼ਾ ਮਿਲਦੀ ਹੈ। ਅਸ ਦਾ ਜਨਮ ਰਾਜੇ ਸਾਰੰਗ ਦੇ ਘਰ ਹੋਇਆ। ਅਸ ਬੜਾ ਅੱਛਾ ਸੀ, ਅੱਛੀ ਆਤਮਾ ਸੀ, ਸੰਤ ਸੇਵੀ ਸੀ, ਨਾਮ ਦੀ ਕਮਾਈ ਕਰਦਾ ਸੀ, ਬੜਾ ਸੁੰਦਰ ਔਰ ਜਵਾਨ ਸੀਗਾ। ਰਾਜੇ ਸਾਰੰਗ ਦੀਆਂ 2 ਸ਼ਾਦੀਆਂ ਸਨ। ਇੱਕ ਦੇ ਵਿੱਚੋਂ ਅਸ ਪੈਦਾ ਹੋਇਆ ਸੀਗਾ ਔਰ ਦੂਜੀਆਂ ਰਾਣੀਆਂ ਦੇ ਵਿੱਚੋਂ ਸਾਰਦੂਲ ਖਾਨ ਸੁਲਤਾਨ ਪੈਦਾ ਹੋਏ ਸਨ। ਔਰ ਜਿਹੜੀ ਮਤਰੇਈ ਮਾਂ ਸੀਗੀ ਉਹ ਅਸ ਦਾ ਰੂਪ ਦੇਖ ਕੇ ਚੱਲ ਨਾ ਸਕੀ। ਉਹਨੇ ਆਪਦੀ ਮੰਦ ਭਾਵਨਾ ਉਸ ਦੇ ਅੱਗੇ ਜ਼ਾਹਰ ਕੀਤੀ। ਹੁਣ ਉਹ ਸੰਤਾਂ ਦਾ ਸੇਵਕ ਸੀ, ਉਹਨੂੰ ਪਤਾ ਸੀ ਕਿ ਵਿਭਚਾਰੀ ਦਾ ਕੀ ਹਸਰ ਹੁੰਦਾ ਹੈ। ਉਹ ਵਿਭਚਾਰ ਵਾਸਤੇ ਨਾ ਮੰਨਿਆ। ਉਸ ਰਾਣੀ ਨੇ ਬਦਲੇ ਦੀ ਭਾਵਨਾ ਦਿਲ ਵਿੱਚ ਰੱਖ ਕੇ ਜਦ ਰਾਜਾ ਘਰੇ ਆਇਆ ਉਸ ਨੂੰ ਸਮਝਾ ਦਿੱਤਾ ਕਿ ਤੇਰੇ ਜ਼ਿਆਦੇ ਲਾਡਲੇ ਨੇ ਮੇਰੇ ਨਾਲ ਆਹ ਕੁਛ ਕੀਤਾ, ਮੇਰਾ ਸਤ ਭੰਗ ਕਰ ਦਿੱਤਾ। ਹੁਣ ਰਾਜਾ ਜਿਹੜਾ ਸੀਗਾ ਉਹ ਹਕੂਮਤ ਦੇ ਨਸ਼ੇ ਵਿੱਚ ਔਰ ਔਰਤ ਦੇ ਪਿਆਰ ਵਿੱਚ ਬੱਝਿਆ ਹੋਇਆ ਸੀਗਾ। ਉਸਨੇ ਕੋਈ ਨਿਆਂ ਨਹੀਂ ਕੀਤਾ, ਸੋਚਿਆ ਨਹੀਂ, ਪੜਤਾਲ ਨਹੀਂ ਕੀਤੀ। ਫੌਰਨ ਵਜ਼ੀਰ ਨੂੰ ਸੱਦਿਆ, ਕਹਿਣ ਲੱਗਿਆ ਤੁਸੀਂ ਇਉਂ ਕਰੋ, ਅਸ ਨੂੰ ਬਾਹਰ ਲਿਜਾ ਕੇ ਕਤਲ ਕਰ ਦਿਓ, ਜਲਾਦਾਂ ਨੂੰ ਭੇਜ ਦਿਓ, ਇਸ ਦਾ ਕੋਈ ਨਾ ਕੋਈ ਅੰਗ ਕੱਟ ਕੇ ਮੇਰੇ ਕੋਲੇ ਲਿਆਓ ਤਾਂ ਕਿ ਮੈਨੂੰ ਤਸੱਲੀ ਹੋ ਜਾਵੇ ਵੀ ਵਾਕਿਆ ਅਸ ਨੂੰ ਕਤਲ ਕੀਤਾ ਗਿਆ ਹੈ। ਉਹ ਉਹਨੂੰ ਜੰਗਲ ਵਿੱਚ ਲੈ ਗਏ ਔਰ ਉੱਥੇ ਵਜ਼ੀਰ ਨੇ ਸੋਚਿਆ ਵੀ ਇਹ ਬੜਾ ਸੰਤ ਸੇਵੀ ਹੈ, ਇਹਨੂੰ ਕਤਲ ਕਰਨਾ ਠੀਕ ਨਹੀਂ ਗਾ। ਉਹਨਾਂ ਨੇ ਉਹਦਾ ਹੱਥ ਕੱਟ ਕੇ ਰਾਜੇ ਕੋਲੇ ਲਿਆ ਕੇ ਰੱਖ ਦਿੱਤਾ ਕਿ ਆ ਅਸੀਂ ਕਤਲ ਕਰੇ ਆਏ ਹਾਂ। ਉਹਨੂੰ ਖੂਹ ਦੇ ਵਿੱਚ ਸਿੱਟ ਦਿੱਤਾ, ਉਹਨੂੰ ਖੂਹ ਦੇ ਵਿੱਚ ਸਿੱਟ ਦਿੱਤਾ। ਔਰ ਬੰਜਾਰੇ ਜਿਹੜੇ ਲੋਕ ਕੇ ਵਪਾਰ ਹੀ ਕਰਦੇ ਹੈ ਉਹ ਉੱਥੋਂ ਦੀ ਲੰਘਣ ਲੱਗੇ। ਜਦ ਉਹਨਾਂ ਨੇ ਥੱਲੇ ਡੋਲ ਪਾਣੀ ਦਾ ਵਗਾਇਆ, ਅੱਗੋਂ ਅਸ ਨੇ ਆਪਦਾ ਹੱਥ ਜਿਹੜਾ ਕੱਟਿਆ ਹੋਇਆ ਸੀਗਾ ਉਹੀ ਟੁੰਡ ਜਾ ਉਹਦੇ ਵਿੱਚ ਫਸਾ ਲਿਆ, ਡੋਲ ਪਕੜ ਲਿਆ। ਉਹਨਾਂ ਨੇ ਦੇਖਿਆ ਕੋਈ ਆਦਮੀ ਹੈ, ਤਰਸ ਖਾਧਾ, ਬਾਹਰ ਕੱਢ ਲਿਆ। ਉਹ ਆਮ ਬੜੇ ਬੜੇ ਨਗਰਾਂ ਦੇ ਅੰਦਰ ਆਪਣਾ ਵਪਾਰ ਕਰਨ ਵਾਸਤੇ ਜਾਂਦੇ ਹੁੰਦੇ ਸੀਗੇ। ਉੱਥੇ ਗਏ, ਇੱਕ ਧੋਬੀ ਨੇ ਉਸ ਅਸ ਨੂੰ ਮੁੱਲ ਲੈ ਲਿਆ ਔਰ ਉਹ ਅਸ ਹਰ ਰੋਜ਼ ਬੈਲ ਦੇ ਉੱਪਰ ਕੱਪੜੇ ਲੱਦ ਕੇ ਧੋਬੀ ਘਾਟ ਤੇ ਲਿਜਾਂਦਾ, ਉੱਥੋਂ ਲੱਦ ਕੇ ਘਰੇ ਧੋਬੀਆਂ ਦੇ ਲੈ ਆਉਣੇ। ਔਰ ਆਖਰ ਪ੍ਰਮਾਤਮਾ ਦਾ ਭਜਨ ਵੀ ਕਰਦਾ ਰਿਹਾ, ਬੜਾ ਅੱਛਾ ਸੀਗਾ। ਇੱਕ ਦਿਨ ਜਿਸ ਉਹ ਨਗਰ ਵਿੱਚ ਰਹਿ ਰਿਹਾ ਸੀਗਾ ਉੱਥੋਂ ਦਾ ਰਾਜਾ ਗੁਜ਼ਰ ਗਿਆ। ਉਸ ਰਾਜੇ ਦੇ ਕੋਈ ਵੀ ਪੁੱਤ ਪੋਤਾ ਨਹੀਂ ਸੀਗਾ ਕਿ ਜਿਹੜਾ ਉਸ ਗੱਦੀ ਦਾ ਵਾਰਸ ਬਣਦਾ। ਆਖਰ ਵਜ਼ੀਰ ਮੰਡਲੀ ਨੇ ਫੈਸਲਾ ਕੀਤਾ ਕਿ ਜੋ ਆਦਮੀ ਸੁਬਾਹ ਪਹਿਲਾਂ ਆਵੇ ਔਰ ਜਿਹਦਾ ਹੱਥ ਲੱਗਣ ਨਾਲ ਬੂਹਾ ਖੁੱਲ ਜਾਵੇ ਸ਼ਹਿਰ ਦਾ ਔਰ ਉਸ ਨੂੰ ਰਾਜਗੱਦੀ ਤੇ ਬਿਠਾਇਆ ਜਾਵੇ। ਇਹ ਫੈਸਲਾ ਗੁਪਤ ਰੱਖਿਆ ਕਿ ਕਿਸੇ ਨੂੰ ਪਤਾ ਨਾ ਲੱਗੇ। ਸੁਬਾਹ ਹਰ ਰੋਜ਼ ਹੀ ਉਹ ਅਸ ਜਾਂਦਾ ਹੁੰਦਾ ਸੀ ਬੈਲ ਤੇ ਕੱਪੜੇ ਲੱਦ ਕੇ। ਜਦ ਦਰਵਾਜ਼ਾ ਲੱਗਿਆ ਦੇਖਿਆ ਤਾਂ ਉਸ ਨੇ ਆਪਦਾ ਹੱਥ ਲਗਾਇਆ ਵੀ ਮੈਂ ਖੋਲਾਂ। ਉਹ ਜੰਦਰਾ ਖੁੱਲ ਗਿਆ। ਉੱਥੋਂ ਉਸ ਨੂੰ ਪਕੜ ਲਿਆ, ਲਿਆਂਦਾ ਕਿ ਜੀ ਇਸ ਦੇ ਹੱਥ ਨਾਲ ਦਰਵਾਜ਼ਾ ਖੁੱਲਿਆ ਹੈ।
ਵਜ਼ੀਰ ਮੰਡਲੀ ਨੇ ਫੈਸਲੇ ਦੇ ਮੁਤਾਬਕ ਉਸ ਨੂੰ ਰਾਜਾ ਬਣਾ ਦਿੱਤਾ। ਹੁਣ ਉਹ ਰਾਜੇ ਦਾ ਲੜਕਾ ਸੀ, ਧਰਮਾਤਮਾ ਆਦਮੀ ਸੀਗਾ। ਆਖਰ ਉਸ ਨੇ ਬੜਾ ਹੀ ਅੱਛਾ ਰਾਜ ਕੀਤਾ ਔਰ ਪ੍ਰਜਾ ਦਾ ਬੜਾ ਖਿਆਲ ਕੀਤਾ। ਇੱਥੋਂ ਤੱਕ ਕਿ ਉਸ ਨੇ ਕਾਫੀ ਅੰਨ ਭੰਡਾਰ, ਜਨਤਾ ਦੇ ਹੋਰ ਫਾਇਦੇ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਹਰ ਤਰ੍ਹਾਂ ਦੀ ਸਹੂਲਤ ਦਿੱਤੀ। ਰਾਜੇ ਸਾਰੰਗ ਦੇ ਬੜਾ ਭਿਆਨਕ ਕਾਲ ਪਿਆ। ਉਹ ਔਰ ਉਸ ਦਾ ਜਿਹੜਾ ਲੜਕਾ ਸੀਗਾ ਉਹ ਬੜੇ ਐਸ਼ਪ੍ਰਿਸਤ ਸਨ। ਪ੍ਰਜਾ ਦਾ ਐਸ਼ਪ੍ਰਿਸਤ ਆਦਮੀਆਂ ਨੂੰ ਕੀ, ਰਾਜਿਆਂ ਨੂੰ ਖਿਆਲ ਹੁੰਦਾ ਹੈ। ਉਹ ਅੰਨ ਵਜ਼ੀਰ ਨੂੰ ਭੇਜਿਆ ਵੀ ਕਿਤੋਂ ਵੀ ਮਿਲਦਾ ਹੈ ਲਿਆਓ। ਉਹਦਾ ਵਜ਼ੀਰ ਜਿਹੜਾ ਸੀਗਾ ਉਹ ਖੋਜ ਕਰਦਾ ਕਰਦਾ ਅਸ ਦੇ ਪਾਸ ਚਲਿਆ ਗਿਆ, ਕਿਉਂਕਿ ਹੁਣ ਉਹ ਅਸ ਨਹੀਂ ਰਿਹਾ ਸੀਗਾ। ਉਸ ਨੂੰ ਅਸਰਾਜ ਟੁੰਡਾ ਰਾਜਾ ਲਾਗੇ ਸਾਰੇ ਕਹਿਣ, ਔਰ ਆਖਰ ਉਸ ਨੇ ਵਜ਼ੀਰ ਨੂੰ ਸਿਆਣ ਲਿਆ। ਬਗੈਰ ਪੈਸਿਆਂ ਤੋਂ ਬਹੁਤ ਸਾਰਾ ਧਨ ਦਿੱਤਾ, ਨਾਲੇ ਵਜ਼ੀਰ ਦਾ ਆਦਰ ਮਾਨ ਕੀਤਾ। ਜਦ ਵਜ਼ੀਰ ਅੰਨ ਬਗੈਰ ਪੈਸਿਆਂ ਤੋਂ ਲੈ ਕੇ ਆਇਆ, ਉਹਨੇ ਟੁੰਡੇ ਅਸਰਾਜ ਦੀ ਆ ਕੇ ਸਾਰੀ ਕਹਾਣੀ ਦੱਸੀ ਵੀ ਤੇਰਾ ਲੜਕਾ ਉਸ ਰਾਜ ਦਾ ਮਾਲਕ ਹੈ, ਬੜਾ ਅੱਛਾ ਧਰਮਾਤਮਾ ਹੈ, ਉਹਨੇ ਕੋਈ ਪੈਸਾ ਨਹੀਂ ਲਿਆ। ਜਦ ਇਹ ਗਾਥਾ ਆਪਦੇ ਲੜਕੇ ਦੀ ਸਾਰੰਗ ਰਾਜੇ ਨੇ ਸੁਣੀ, ਉਹਨੇ ਨਿਉਂਦਾ ਭੇਜਿਆ ਵੀ ਉਹ ਮੈਨੂੰ ਜ਼ਰੂਰ ਮਿਲੇ, ਮੈਂ ਆਪਣਾ ਰਾਜ ਉਸ ਨੂੰ ਦੇਣਾ ਹੈ। ਉਸ ਵੇਲੇ ਟੁੰਡਾ ਅਸਰਾਜ ਬੜਾ ਹੀ ਫੌਜਾਂ ਲੈ ਕੇ ਔਰ ਸ਼ਾਨ ਸ਼ੌਕਤ ਦੇ ਨਾਲ ਆਪਦੇ ਪਿਤਾ ਨੂੰ ਮਿਲਣ ਵਾਸਤੇ ਆਇਆ। ਔਰ ਉਸ ਵੇਲੇ ਜਿਹੜੇ ਉਹਦੇ ਦੂਸਰੇ ਮਤਰੇਏ ਭਰਾ ਸਨ, ਸਾਰਦੂਰ ਔਰ ਖਾਨ ਸੁਲਤਾਨ ਦੇ ਦਿਲ ਅੰਦਰ ਬੜੀ ਅੱਗ ਭੜਕੀ। ਉਹਨਾਂ ਨੇ ਬੜਾ ਭਾਰੀ ਜੰਗ ਕੀਤਾ ਉਹਦੇ ਨਾਲ, ਲੇਕਿਨ ਉੱਥੇ ਵੀ ਟੁੰਡੇ ਅਸਰਾਜ ਦੀ ਫਤਿਹ ਹੋਈ ਔਰ ਉਹਨੇ ਉਹ ਵੀ ਬੜਾ ਧਰਮੀ ਰਾਜ ਕੀਤਾ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ ਬਾਣੀ ਦੇ ਅੰਦਰ ਬੜੇ ਪਿਆਰ ਨਾਲ ਅੰਕਿਤ ਕੀਤਾ ਹੈ ਕਿ ਜਿਸ ਤਰ੍ਹਾਂ ਧਰਮੀ ਬੰਦਾ ਹੋਣ ਕਰਕੇ ਅਸਰਾਜ ਦੀ ਮਦਦ ਪਰਮਾਤਮਾ ਨੇ ਕੀਤੀ, ਇਸੇ ਤਰ੍ਹਾਂ ਗੁਰੂ ਦੇ ਪਾਸ ਇੰਨੀਆਂ ਸ਼ਕਤੀਆਂ ਪਰਮਾਤਮਾ ਨੇ ਦਿੱਤੀਆਂ ਹੁੰਦੀਆਂ ਹੈ ਕਿ ਜਿਹੜੀਆਂ ਬਿਆਨ ਨਹੀਂ ਕਰੀਆਂ ਜਾ ਸਕਦੀਆਂ, ਅੰਦਾਜ਼ਾ ਅਸੀਂ ਲਾ ਨਹੀਂ ਸਕਦੇਗੇ। ਉਹ ਇੱਕ ਸਕਿੰਟ ਵਿੱਚ ਦੀ ਰਾਖਸ਼ ਤੋਂ ਦੇਵਤਾ ਬਣਾ ਦਿੰਦਾ ਹੈ। ਸੋ ਇਸ ਵਾਸਤੇ ਇਸ ਕਹਾਣੀ ਦਾ ਤਾਤਪਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਾਨੂੰ ਬਿਆਨ ਕੀਤਾ ਹੈ, ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਹਮੇਸ਼ਾ ਪਵਿੱਤਰ ਜ਼ਿੰਦਗੀ ਜਿਉਣਾ ਚਾਹੀਦਾ ਹੈ। ਗੁਰੂ ਦੇ ਦੱਸੇ ਹੋਏ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਦੁੱਖ ਆਵੇ ਸੁੱਖ ਆਵੇ ਉਸ ਨੂੰ ਧਿਆਉਣਾ ਚਾਹੀਦਾ ਹੈ। ਸਦਾ ਹੀ ਪਵਿੱਤਰ ਆਦਮੀ ਦੀ, ਗੁਰੂ ਤੇ ਭਰੋਸਾ ਰੱਖਣ ਵਾਲੇ ਦੀ ਜੈ ਹੁੰਦੀ ਹੈ। ਗੁਰੂ ਨਾਨਕ ਦੀ ਜੀਵਨੀ ਵਿੱਚ ਆਉਂਦਾ ਹੈ ਕਿ ਆਪ ਸ਼ਬਦ ਨਾਮ ਦਾ ਉਪਦੇਸ਼ ਕਰਦੇ ਕਰਦੇ ਜੀਵਾਂ ਨੂੰ ਪਰਮਾਤਮਾ ਨਾਲ ਜੋੜਦੇ ਰਾਵੀ ਦੇ ਕਿਨਾਰੇ ਆ ਕੇ ਬੈਠ ਕੇ, ਜਿੱਥੇ के बाद में करतारपुर बेदियां गांव वसिया और नेड़े एक नगर सीगा, ਤੁਹਾਨੂੰ ਪਤਾ ਹੈ, ਜਿੱਥੇ ਮਿੱਠਾ ਪਾਣੀ ਦਾ ਚਸ਼ਮਾ ਨਿਕਲਿਆ ਹੈ। ਲੋਕ ਪਾਣੀ ਦੀ ਕਦਰ ਵਾਲੇ ਦੂਰੋਂ ਦੂਰੋਂ ਬਗੈਰ ਬੁਲਾਇਆ ਹੀ ਆ ਜਾਂਦੇ ਹੈ। ਇਸੇ ਤਰ੍ਹਾਂ ਉਸ ਨਗਰ ਦਾ ਇੱਕ ਦੁਕਾਨ ਦਾ ਜੋ ਕੰਮ ਕਰਦਾ ਸੀ, ਉਹ ਸੁਬਾਹ 3 ਵਜੇ ਗੁਰੂ ਨਾਨਕ ਦੇ ਦਰਿਆ ਟੱਪ ਕੇ ਦਰਸ਼ਨਾਂ ਨੂੰ ਆਉਂਦਾ ਹੁੰਦਾ ਸੀਗਾ। ਪਹਿਲਾਂ ਉਸ ਨੇ ਗੁਰੂ ਨਾਨਕ ਦੇ ਪਵਿੱਤਰ ਦਰਸ਼ਨ ਕਰਕੇ ਆਤਮਾ ਦੀ ਮੈਲ ਲਾਉਣੀ, ਉਸ ਤੋਂ ਬਾਅਦ ਉਸ ਦਰਿਆ ਦੇ ਵਿੱਚ ਇਸ਼ਨਾਨ ਕਰਕੇ ਬਦਨ ਸਾਫ਼ ਕਰਕੇ ਫਿਰ ਅਭਿਆਸ ਵਿੱਚ ਬੈਠਣਾ, ਸੁਬਾਹ ਦਰਿਆ ਟੱਪ ਕੇ ਆਪਣਾ ਕਾਰੋਬਾਰ ਕਰਨਾ। ਇੱਕ ਦਿਨ ऐसी मौज हुई कि जब उसने जल के अंदर यूं भी मारी रोज की तरह, वो किसी बड़े सारे मगरमच्छ के मुंह में आ गया। वो बाहर ना आया। माछी रोज जाल नाल मछियां पकड़दा सीगा। उसने भी सुबह अपनी किस्मत अजमाउण वास्ते जाल पानी च सिटिया। छोटियां छोटियां मच्छियां काफ़ी विच फसियां, लेकिन एक बहुत बड़ा मगरमच्छ भी आ फसिया। बड़ा खुश होया कि सुती किस्मत जागी, बड़ा पैसा वटिया जाएगा। घरे जाके उसदा पेट चार कीता। ਉਹਦੇ ਵਿੱਚੋਂ ਇੱਕ ਬੇਹੋਸ਼ ਬੰਦਾ ਮਿਲਿਆ ਜਿਸ ਨੂੰ ਕਿ ਕੋਈ ਛੁਰੇ ਦੀ ਨੋਕ ਤੱਕ ਨਾ ਲੱਗੀ। ਜਦੋਂ ਉਸ ਨੂੰ ਨਮਾਇਆ, ਸਾਫ਼ ਕੀਤਾ, ਉਹ ਹੋਸ਼ ਦੇ ਵਿੱਚ ਆ ਗਿਆ।
ਲੇਕਿਨ ਜਿਸ ਤਰ੍ਹਾਂ ਪੁਨਰ ਜਨਮ ਦਾ ਸਾਨੂੰ ਪਤਾ ਨਹੀਂ ਹੁੰਦਾ, ਉਹਦੀ ਵੀ ਇਹੀ ਹਾਲਤ ਸੀ। ਮਾਛੀ ਨੂੰ ਬੜੀ ਖੁਸ਼ੀ ਹੋਈ, ਉਹਦੇ ਕੋਈ ਲੜਕਾ ਨਹੀਂ ਸੀਗਾ। ਉਹ ਕਹਿੰਦਾ ਪ੍ਰਮਾਤਮਾ ਨੇ ਬੜੀ ਭਾਰੀ ਦਇਆ ਕੀਤੀ ਹੈ, ਬਗੈਰ ਕਿਸੇ ਮਿਹਨਤ ਮੁਸ਼ੱਕਤ ਤੋਂ 35 ਸਾਲ ਦਾ ਨੌਜਵਾਨ ਬੱਚਾ ਮਿਲ ਗਿਆ ਹੈ। ਤਾਂ ਉਸ ਮਾਛੀ ਕੋਲ ਬੜਾ ਜ਼ਿਆਦਾ ਸੀਗਾ। ਉਸ ਨੇ ਇੱਕ ਅੱਛੇ ਘਰਾਣੇ ਦੀ ਲੜਕੀ ਦੇ ਨਾਲ ਉਸ ਦੀ ਸ਼ਾਦੀ ਕਰ ਦਿੱਤੀ। ਜੋ ਪਹਿਲੀ ਸ਼ਾਦੀ ਸੀ ਉਸ ਦੇ ਵਿੱਚ ਵੀ ਉਸ ਦੇ 2 ਬੱਚੇ ਸਨ ਔਰ 2 ਬੱਚੀਆਂ ਸਨ। ਇਸੇ ਤਰ੍ਹਾਂ ਇਸ ਔਰਤ ਦੇ ਪੇਟੋਂ ਵੀ 2 ਲੜਕੀਆਂ 2 ਲੜਕੇ ਪੈਦਾ ਹੋਏ। ਇੱਕ ਦਿਨ ਉੱਥੇ ਮੇਲਾ ਲੱਗਿਆ ਹੋਇਆ ਸੀਗਾ ਔਰ ਪਹਿਲੇ ਬੱਚੇ ਔਰ ਬੀਵੀ ਨੇ ਬੜੀ ਭਾਲ ਕੀਤੀ ਸੀਗੀ, ਲੇਕਿਨ ਜਦੋਂ ਮਿਲਿਆ ਨਾ, ਥਾਣੇ ਵਿੱਚ ਵੀ ਇਤਲਾਹ ਦਿੱਤੀ ਕਿ ਸਾਡਾ ਬੰਦਾ ਗੁੰਮ ਹੈ। ਜਦ ਫਿਰ ਵੀ ਕੋਈ ਸਿੱਟਾ ਨਾ ਨਿਕਲਿਆ, ਮਾਲਕ ਦਾ ਭਾਣਾ ਮੰਨ ਕੇ ਉਹ ਲੋਕ ਚੁੱਪ ਰਹੇ। ਆਖਰ ਜਦ ਇੱਥੇ ਆਏ, 2 ਲੜਕੀਆਂ ਸ਼ਾਦੀ ਦੇ ਵਿੱਚੋਂ ਇਸ 'ਚ ਹੋਈਆਂ, 2 ਲੜਕੇ ਹੋਏ। ਇਹਨਾਂ ਨੇ ਵੀ ਖਿਆਲ ਕੀਤਾ ਕਿ ਆਪਾਂ ਵੀ ਮੇਲੇ ਤੇ ਚੱਲੀਏ। ਉਹ ਪਹਿਲੀ ਔਰਤ, ਬੱਚੇ ਵੀ ਉਸ ਮੇਲੇ ਵਿੱਚ ਆਏ। ਇਹ ਜਿਹੜੀ ਨਵੀਂ ਔਰਤ ਸੀਗੀ ਔਰ ਬੱਚੇ ਸਨ, ਇਹ ਵੀ ਮੇਲੇ ਵਿੱਚ ਗਏ। ਜਿਹੜੀ ਪਹਿਲੀ ਔਰਤ ਸੀ ਉਸ ਨੇ ਉਸ ਆਪਦੇ ਪਤੀ ਨੂੰ ਪਛਾਣ ਲਿਆ ਔਰ ਪਛਾਣ ਕੇ ਭੱਜ ਕੇ ਜਾ ਕੇ ਬਾਂਹ ਪਕੜ ਲਈ ਕਿ ਪਿਆਰੇ ਪਤੀ ਜੀ, ਤੁਸੀਂ ਇੰਨਾ ਚਿਰ ਕਿੱਥੇ ਰਹੇ। ਜਿਹੜੀ ਉਹ ਨਵੀਂ ਪਤਨੀ ਸੀਗੀ ਉਹ ਸ਼ੇਰ ਦੀ ਤਰ੍ਹਾਂ ਉਸ ਦੇ ਉੱਤੇ ਚਪਟੀ ਔਰ ਹੱਥਾਂ ਨਾਲ ਵੀ ਖੂਬ ਸੇਵਾ ਕਰਨ ਲੱਗੀ ਕਿ ਤੂੰ ਕੌਣ, ਮੇਰੀ ਸੌਕਣ ਜੰਪੀ, ਮੇਰੇ ਪਤੀ ਤੇ ਕਬਜ਼ਾ ਕਰਨ ਵਾਲੀ। ਹੁਣ ਉਹ ਦੋਨੇ ਆਪੋ ਆਪਣੇ ਥਾਈਂ ਸੱਚੀਆਂ ਸਨ। ਆਖਰ ਨਗਰ ਦੇ ਅਫਸਰ ਕੋਲੇ ਜਾ ਕੇ ਮੁਕੱਦਮਾ ਕੀਤਾ ਕਿ ਮੇਰਾ ਪਤੀ ਹੈ। ਉਹ ਆਖੇ ਮੇਰਾ ਪਤੀ ਹੈ। ਉਹਦਾ ਉਹ ਫੈਸਲਾ ਨਾ ਕਰ ਸਕੇ ਕਿਉਂਕਿ ਬੜਾ ਗੁੰਝਲਦਾਰ ਫੈਸਲਾ ਸੀ। ਆਖਰ ਉੱਪਰਲੀ ਅਦਾਲਤ 'ਚ ਗਏ, ਕੋਈ ਅਫਸਰ ਇਸ ਗੰਢ ਨੂੰ ਖੋਲ ਨਾ ਸਕਿਆ। ਕਹਿੰਦੇ ਕਰੀਏ ਤਾਂ ਕੀ ਕਰੀਏ, ਨਾ ਇਹਦਾ ਕੋਈ ਸਿਰ ਹੈ, ਨਾ ਖੜਨ ਨੂੰ ਕੋਈ ਪੈਰ ਹਨ। ਆਖਰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਕਿਸੇ ਮਹਾਤਮਾ ਕੋਲੇ ਜਾਓ, ਇਹ ਗੁੰਝਲ ਉਹੀ ਖੋਲ ਸਕਦੇ ਹੈ। ਖਾਸ ਕਰਕੇ ਗੁਰੂ ਨਾਨਕ ਆ ਰਾਵੀ ਦੇ ਕਿਨਾਰੇ ਬੈਠੇ ਹੈ, ਤੁਸੀਂ ਉਹਨਾਂ ਦੇ ਪਾਸ ਜਾਓ। ਮਹਾਤਮਾ ਦੀ ਦਇਆ ਹੁੰਦੀ ਹੈ, ਉਹ ਤੁਹਾਡੀ ਕੁੰਡੀ ਖੋਲ ਸਕਦੇ ਹੈ। ਉਹ ਕਿਸੇ ਦੇ ਕਹਿਣ ਦੇ ਮੁਤਾਬਕ ਗੁਰੂ ਨਾਨਕ ਦੇ ਪਾਸ ਗਏ। ਉਹਨਾਂ ਦੋਨਾਂ ਔਰਤਾਂ ਨੇ ਆਪਣੀ ਦੁਖੀ ਦਿਲ ਦੀ ਕਹਾਣੀ ਸੁਣਾਈ। ਗੁਰੂ ਨਾਨਕ ਜੀ ਬੜੇ ਮੁਸਕਰਾਏ। ਉਹ ਕਹਿੰਦਾ, ਹਾਂ ਬੇਟੀ, ਹੈ ਤਾਂ ਤੁਸੀਂ ਆਪੋ ਆਪਣੇ ਥਾਂ ਦੋਨੇ ਹੀ ਸੱਚੀਆਂ, ਲੇਕਿਨ ਅੱਛਾ ਅਸੀਂ ਭਗਵਾਨ ਦੀ ਇਜਾਜ਼ਤ ਲੈਨੇ ਆ, ਅਗਰ ਉਹਦੀ ਆਗਿਆ ਹੋਈ ਤਾਂ ਤੁਹਾਡਾ ਫੈਸਲਾ ਹੋ ਜਾਏਗਾ। ਕਹਿਣ ਲੱਗੇ ਕਿ ਇੱਕ ਸੱਜੇ ਖੜ ਜਾਓ ਆਪਦੇ ਪਤੀ ਦੇ, ਇੱਕ ਖੱਬੇ ਖੜ ਜਾਓ। ਦੋਨੇ ਆਪੋ ਆਪਣਾ ਇੱਕ ਹੱਥ ਪਕੜ ਲਓ ਔਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਭਰੋਸਾ ਰੱਖ ਕੇ ਆਪੋ ਆਪਣੀ ਤਰਫ ਖਿੱਚੋ ਤੁਸੀਂ। ਜਦ ਉਹਨਾਂ ਨੇ ਖਿੱਚਿਆ, ਉਸ ਇੱਕ ਬੰਦੇ ਦੇ 2 ਬਣ ਗਏ ਔਰ ਦੋਨੇ ਖੁਸ਼ ਹੋ ਕੇ ਉਹ ਚਲੇ ਗਏ। ਆਖਰ ਜਿਹੜੀ ਕਿ ਕੋਈ ਵੀ ਦੁਨੀਆ ਦੀ ਅਦਾਲਤ ਫੈਸਲਾ ਨਾ ਕਰ ਸਕੀ, ਆਖਰ ਸੰਤਾਂ ਨੇ ਆਪਣੀ ਦਇਆ ਦ੍ਰਿਸ਼ਟੀ ਕਰਕੇ ਉਸ ਫੈਸਲੇ ਨੂੰ ਕਰ ਦਿੱਤਾ। ਉਹ ਨਾਰੀ ਤੋਂ ਪੁਰਖ ਕਰ ਸਕਦਾ ਹੈ, ਪੁਰਖ ਤੋਂ ਨਾਰੀ ਕਰ ਸਕਦਾ ਹੈ, ਜਲ ਵਿੱਚ ਥਲ ਕਰ ਸਕਦਾ ਹੈ, ਥਲ ਦੇ ਵਿੱਚ ਉਹ ਟਿੱਬੇ ਕਰ ਸਕਦਾ ਹੈ। ਉਹ ਬੜਾ ਹੀ ਬੇਪਰਵਾਹ ਹੈ। ਉਹ ਆਪਣੀ ਸ਼ਕਤੀ ਸੰਤਾਂ ਦੇ ਵਿੱਚ ਰੱਖ ਕੇ ਆਪਣਾ ਕਾਰਜ ਕਰਦਾ ਹੈ। ਸੰਤ ਮਤ ਦਾ ਇਤਿਹਾਸ ਐਸੇ ਵਾਕਿਆ ਨਾਲ ਭਰਿਆ ਹੋਇਆ ਹੈ ਕਿ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਬਲੀ ਹੁੰਦਾ ਹੈ। ਇਬਰਾਹੀਮ ਨੂੰ ਅੱਗ ਤੇ ਤੋੜਨ ਲੱਗੇ, ਉਹ ਫਲਵਾੜੀ ਬਣ ਗਈ ਸੀ ਔਰ ਭਗਤ ਪ੍ਰਹਲਾਦ ਨੂੰ ਉਹਦੀ ਭੂਆ ਜਾਦੂਗਰਨੀ ਅੱਗ ਦੇ ਵਿੱਚ ਲੈ ਕੇ ਬੈਠ ਗਈ ਸੀ। ਲੇਕਿਨ ਉੱਥੇ ਵੀ ਉਸ ਕਰਨ ਕਾਰਨ ਪਰਮਾਤਮਾ ਗੁਰੂ ਦੇਵ ਨੇ ਰੱਖਿਆ ਕਰੀ। ਉਹ ਰੱਖਿਆ ਕਰਨ ਲੱਗਿਆ, ਠਿੱਲ ਨਹੀਂ ਲਾਉਂਦਾ ਗਾ। ਲੇਕਿਨ ਸਵਾਲ ਸਾਡੀ ਆਪਣੀ ਸ਼ਰਧਾ, ਪਿਆਰ ਔਰ ਭਰੋਸੇ ਦਾ ਹੈ। ਸਾਨੂੰ ਆਪਣੀ ਕਰਨੀ ਤੇ ਈਮਾਨ ਹੋਣਾ ਚਾਹੀਦਾ ਹੈ ਕਿ ਅਸੀਂ ਕਿੰਨੀ ਕੁ ਕਰਦੇ ਹਾਂ, ਕਿ ਅਸੀਂ ਗੁਰੂ ਦੇ ਕਹੇ ਤੇ ਚੱਲਦੇ ਹਾਂ। ਕਬੀਰ ਸਾਹਿਬ ਕਹਿੰਦੇ ਆ ਕਿ ਜਿਸਨੂੰ ਰੱਖੇ ਸਾਈਆਂ ਮਾਰ ਨਾ ਸਕੇ ਕੋਏ, ਵਾਲ ਨਾ ਬਾਂਕਾ ਕਰ ਸਕੇ ਜੇ ਜਗ ਵੈਰੀ ਹੋਏ। ਇਸ ਵਾਰ ਦੇ ਅੰਦਰ ਆਸਾ ਜੀ ਦੇ ਵਿੱਚ ਜ਼ਿਆਦਾਤਰ ਬਾਣੀ ਗੁਰੂ ਨਾਨਕ ਦੀ ਹੈ, ਲੇਕਿਨ ਗੁਰੂ ਅੰਗਦ ਦੀ ਬਾਣੀ ਵੀ ਵਿੱਚ ਆਉਂਦੀ ਹੈ ਔਰ
ਸੰਤਾਂ ਮਹਾਤਮਾ ਨੇ ਚਾਹੇ ਕਿਸੇ ਵਕਤ ਦੇ ਅੰਦਰ ਆ ਕੇ ਬਾਣੀ ਨੂੰ ਲਿਖਿਆ ਹੈ। ਸਾਰਿਆਂ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ ਕਿ ਗੁਰੂ ਤੋਂ ਬਗੈਰ ਨਾਮ ਨਹੀਂ ਮਿਲਦਾ, ਨਾਮ ਤੋਂ ਬਗੈਰ ਮੁਕਤੀ ਨਹੀਂ, ਸਤਸੰਗ ਤੋਂ ਬਗੈਰ ਸਾਡੀ ਤਹਿਕੀਕਾਤ ਮੁਕੰਮਲ ਨਹੀਂ ਹੁੰਦੀਗੀ ਔਰ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਨਹੀਂ ਲੱਗਦਾ ਗਾ। ਹਾਂ ਪੰਨਾ 462 ਆਸਾ ਮਹਲਾ ਪਹਿਲਾ। वार श्लोका नाल श्लोक की महले पहले के लिखे टुंडे अस राजा की धुनी। श्लोक महला पहला। बलिहारी गुरु आपने न्यूहारी सदैवार जिन मानस ते देवते करत न लागी सूफी संत शेख फरीद बड़े अच्छे कमाई वाले होए हन। उन्हां दी बाणी भी गुरु ग्रंथ साहिब दे विच दर्ज है। उन्हां दा पोतरा शेख बरम होया है, ਜਿਹੜਾ ਕਿ ਬਾਅਦ में ਉਹਨਾਂ ਦੀ ਗੱਦੀ ਦਾ ਵਾਰਸ ਬਣਿਆ ਸੀ। ਉਹਨੇ ਗੁਰੂ ਨਾਨਕ ਦੇ ਉੱਤੇ ਬਹੁਤ ਸਾਰੇ ਪ੍ਰਸ਼ਨ ਕੀਤੇ। ਉਹਦੇ ਪਰਥਾਏ ਗੁਰੂ ਨਾਨਕ ਸਾਹਿਬ ਜੀ ਗੁਰੂ ਦੀ ਲੋੜ ਦੱਸਦੇ ਹੈ ਕਿ ਗੁਰੂ ਕਿਸ ਤਾਕਤ ਨੂੰ ਕਹਿੰਦੇ ਆ, ਗੁਰੂ ਜੀ ਵਾਸਤੇ ਆਤਮਾ ਵਾਸਤੇ ਕੀ ਕਰਦਾ ਹੈ। ਜਿਸਨੇ ਮਿਸ਼ਰੀ ਖਾਧੀ ਹੈ ਉਹੀ ਮਿਸ਼ਰੀ ਦਾ ਸਵਾਦ ਦੱਸ ਸਕਦਾ ਹੈ। ਜਿਸਨੇ ਗੁਰੂ ਤੋਂ ਕੁਝ ਪ੍ਰਾਪਤ ਕੀਤਾ ਹੁੰਦਾ ਹੈ ਉਹੀ ਗੁਰੂ ਦੇ ਮੁਤਲਕ ਸਾਨੂੰ ਬਤਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਖ ਬਰਮ ਨੂੰ ਕਹਿੰਦੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਹੈ, ਕੁਰਬਾਨ ਜਾਣਾ ਹੈ ਔਰ ਦਿਹਾੜੀ ਵੀ ਦੀ ਸਾਹ ਸਾਹ ਨਾ ਬਲਿਹਾਰੇ ਜਾਣਾ ਹੈ, ਕੁਰਬਾਨ ਜਾਣਾ ਹੈ। ਕਿਉਂ ਮੈਂ ਬਲਿਹਾਰ ਜਾਣਾ ਹੈ? ਉਹਨੇ ਸਾਡੀ ਰਾਖਸ਼ ਬੁੱਧੀ ਤੋਂ ਦੇਵਤਾ ਬੁੱਧੀ ਕਰ ਦਿੱਤੀ। ਅਸੀਂ ਭੁੱਲੇ ਜਾਂਦੇ ਸਾਂ, ਪਰਮਾਤਮਾ ਤੋਂ ਅਲੱਗ ਜਾਂਦੇ ਸਾਂ। ਉਹਨੇ ਸਾਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਔਰ ਕੋਈ ਟਾਈਮ ਨਹੀਂ ਲਾਇਆ, ਸਾਲ ਨਹੀਂ ਲਾਏ ਔਰ ਉਹਨੇ ਸਾਡੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ ਹੈ। ਇਸ ਵਾਸਤੇ ਮੈਂ ਉਹ ਤੋਂ ਕੁਰਬਾਨ ਬਲਿਹਾਰ ਜਾਣਾ। ਮਹਲਾ ਦੂਜਾ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਚਾਨਣ ਹੋਂਦਿਆਂ ਗੁਰ ਬਿਨ ਕੋਰ ਅੰਧਾਰ। ਕਹਿੰਦੇ ਦੇਖ ਵੀ ਸ਼ੇਖ ਬਰਮ, ਇਸ ਸੰਸਾਰ ਦਾ, ਇਸ ਮੰਡਲ ਦਾ ਇੱਕ ਸੂਰਜ ਔਰ ਇੱਕ ਚੰਦਰਮਾ ਹੈ, ਸਾਰੇ ਰੋਸ਼ਨੀ ਕਰਦਾ ਹੈ। ਪਰ ਸਚਾਈ ਇਹ ਹੈ, ਅਗਰ ਹਜ਼ਾरों ਲੱਖੋਂ ਵੀ ਸੂਰਜ ਚੰਦਰਮਾ ਚੜ ਜਾਣ ਲੇਕਿਨ ਅੰਦਰਲਾ ਜੋ ਅਗਿਆਨਤਾ ਦਾ ਅੰਧੇਰਾ ਹੈ ਇਹ ਬਗੈਰ ਗੁਰੂ ਤੋਂ ਦੂਰ ਹੋ ਹੀ ਨਹੀਂ ਸਕਦਾਗਾ। ਕਿਉਂਕਿ ਅਗਿਆਨਤਾ ਦਾ ਅੰਧੇਰਾ ਜਿਹੜਾ ਹੈ ਜਦ ਤੱਕ ਸਾਡੇ ਅੱਗੋਂ ਉਹ ਦੂਰ ਨਹੀਂ ਹੁੰਦਾ, ਬੇਸ਼ੱਕ ਉਹ ਪਰਮਾਤਮਾ ਸਾਡੇ ਅੰਦਰ ਹੈ ਲੇਕਿਨ ਅਸੀਂ ਉਹਨੂੰ ਮਿਲ ਨਹੀਂ ਸਕਦੇ, ਉਸ ਤੋਂ ਫਾਇਦਾ ਨਹੀਂ ਉਠਾ ਸਕਦੇ। ਇਹ ਕੰਮ ਉਹੀ ਮਹਾਤਮਾ ਕਰ ਸਕਦਾ ਹੈ ਜਿਹੜਾ ਉਹ ਪਰਮਾਤਮਾ ਦੇ ਨਾਲ ਜੁੜਿਆ ਹੈ, ਪਰਮਾਤਮਾ ਦੀ ਤਰਫੋਂ ਹੀ ਇਹ ਸੰਸਾਰ ਅੰਦਰ ਆਇਆ ਹੈ। ਮਹਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੋਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ ਖੇਤ ਅੰਦਰ ਛੋਟਿਆ ਕਹੋ ਨਾਨਕ ਸੋ ਨਾਇ ਫਲੀਐ ਫੁਲੀਐ ਬਪੜੀ ਤੀਤਨ ਵਿੱਚ ਆਪ ਕਹਿੰਦੇ ਹੈ ਜਿਹੜੇ ਲੋਕ ਪੂਰੇ ਗੁਰੂ ਤੋਂ ਨਾਮਦਾਨ ਤਾਂ ਪ੍ਰਾਪਤ ਨਹੀਂ ਕਰਦੇਗੇ, ਆਪਣੇ ਆਪ ਵਿੱਚ ਹੀ ਪੜ੍ਹ ਕੇ ਸੁਚੇਤ ਹੋਏ ਫਿਰਦੇ ਹੈ,
ਔਰ ਕਹਿੰਦੇ ਗੁਰੂ ਦੀ ਲੋੜ ਨਹੀਂ ਗੀ। ਉਹ ਕਹਿੰਦੇ ਕਿਹੇ ਜੇ ਹਨ, ਬਵਾੜ ਦਾ ਜ਼ਿਮੀਦਾਰ ਦਾ ਤਿਲਾਂ ਦਾ ਖੇਤ ਹੁੰਦਾ ਹੈ, ਕੁਛ ਐਸੇ ਬੂਟੇ ਹੁੰਦੇ ਹੈ ਜਿਨ੍ਹਾਂ ਨੂੰ ਫਲ ਫੁੱਲ ਡੋਡੀਆਂ ਲੱਗਦੀਆਂ ਹਨ, ਲੇਕਿਨ ਜਦ ਉਹਨਾਂ ਨੂੰ ਆਪਾਂ ਥੇਲੀ ਤੇ ਰੱਖ ਕੇ ਮਰਦੇ ਹਾਂ ਹੱਥ ਹੀ ਖਰਾਬ ਹੋਏਗਾ, ਸੁਆਹ ਨਿਕਲਦੀ ਹੈ। ਔਰ ਜ਼ਿਮੀਦਾਰ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹਦੇ ਵਿੱਚ ਕੋਈ ਤੰਤ ਨਹੀਂ, ਇਹਨੂੰ ਲਿਜਾਣ ਦਾ ਕੋਈ ਫਾਇਦਾ ਨਹੀਂ, ਉਹ ਖੇਤ ਦੇ ਵਿੱਚ ਹੀ ਛੱਡੇ ਆਉਂਦੇ ਹੈ। ਉਹਨੂੰ ਕੋਈ ਡੰਗਰ ਤੱਕ ਵੀ ਨਹੀਂ ਖਾਂਦਾਗਾ। ਉਸ ਨੂੰ ਬਵਾੜ ਤਿਲ ਕਹਿੰਦੇ ਹੈ, ਕਿਸੇ ਕੰਮ ਨਾ ਆਉਣ ਵਾਲਾ ਹੈ। ਕਹਿੰਦੇ ਕਿ ਮਨਮੁੱਖਾਂ ਦੇ ਪੁੱਤ ਵੀ ਹਨ, ਧੀਆਂ ਵੀ ਹਨ, ਉਹ ਤੰਦਰੁਸਤੀ ਦਾ ਵੀ ਮਜ਼ਾ ਮਾਣਦੇ ਹਨ, ਸਭ ਕੁਝ ਹੈ, ਲੇਕਿਨ ਆਖਰ ਪਰਮਾਤਮਾ ਦੀ ਦਰਗਾਹ ਦੇ ਅੰਦਰ ਉਹਨਾਂ ਦਾ ਇਤਨੀ ਕਦਰ ਹੈ ਕਿ ਜਿਵੇਂ ਬਵਾੜ ਤਿਲ ਖੇਤ ਦੇ ਅੰਦਰ ਛੱਡੇ ਜਾਂਦੇ ਹੈ, ਪਰਮਾਤਮਾ ਇਸ ਜ਼ਿੰਦਗੀ ਤੋਂ ਬਾਅਦ ਉਹਨਾਂ ਨੂੰ ਆਪਣੇ ਘਰ ਵਿੱਚ ਜਗ੍ਹਾ ਨਹੀਂ ਦੇਗਾ, ਦਾਖਲ ਨਹੀਂ ਹੋਣ ਦੇਗਾ। ਔੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ, ਸਾਰੇ ਆਸਣ ਡਿਠੋ ਚਾਓ। ਕਹਿਣ ਲੱਗੇ ਇਹ ਸੰਸਾਰ ਦੀ ਰਚਨਾ ਕਿਸੇ ਹੋਰ ਨੇ ਨਹੀਂ ਕੀਤੀ ਗਈ, ਉਸ ਪਰਮਾਤਮਾ ਨੇ ਖੁਦ ਕਰੀ ਹੈ। ਆਪ ਹੀ ਜੀਆ ਜੂਨਾ ਨੂੰ ਨਾਮ ਦਿੱਤੇ ਹੈ ਕਿ ਪਸ਼ੂ ਹੈ, ਇਹ ਪੰਛੀ ਹੈ, ਇਹ ਇਨਸਾਨ ਹੈ, ਔਰ आपने ही उस कला ਨੂੰ ਪੈਦਾ ਕੀਤਾ ਹੈ। ਆਪ ਅਨੁਰਾਗ ਸਾਗਰ ਨੂੰ ਪੜ੍ਹ ਕੇ ਦੇਖੋ ਕਿ ਉਸ ਦੇ ਅੰਦਰ ਕਿਸ ਤਰ੍ਹਾਂ ਉਸ ਕਲਾ ਦਾ ਬਿਆਨ ਕੀਤਾ ਹੈ ਕਿ ਜਿਨ੍ਹਾਂ ਨੇ ਰਲ ਕੇ ਇਸ ਸੰਸਾਰ ਨੂੰ ਪੈਦਾ ਕੀਤਾ ਹੈ, ਔਰ ਖੁਦ ਆਪ ਹੀ ਬੈਠਾ ਦੇਖ ਰਿਹਾ ਹੈ ਕਿ ਇਹ ਸੰਸਾਰ ਕਿਸ ਤਰ੍ਹਾਂ ਚੱਲ ਰਿਹਾ ਹੈ, ਕੋਈ ਕੀ ਕਰ ਰਿਹਾ ਹੈ। ਦਾਤਾ ਕਰਤਾ ਆਪ ਤੂੰ, ਤੁਸ ਦੇ ਕਰੈ ਪਸਾਓ, ਤੂੰ ਜਾਣੋਈ ਸਭ ਸੇ, ਦਿਲ ਸਹਿ ਜਿੰਦ ਕਵਾਓ। ਹੁਣ ਆਪ ਕਹਿੰਦੇ ਹੈ ਕਿ ਆਪ ਹੀ ਤੂੰ ਜੀਵ ਨੂੰ ਸਾਜਦਾ ਹੈ, ਦੇਹਾਂ ਬਣਾਉਣਾ ਹੈ, ਆਪ ਹੀ ਉਹਨਾਂ ਦੇ ਵਿੱਚ ਜਿੰਦ ਡਾਲਦਾ ਹੈ, ਔਰ ਉਸ ਤਾਕਤ ਦੇ ਜ਼ਰੀਏ ਹੀ ਕਿਸ ਤਰ੍ਹਾਂ ਜੀਵ ਦੌੜੇ ਫਿਰਦੇ ਹੈ ਔਰ ਕਿਸ ਤਰ੍ਹਾਂ ਦੇਖ ਰਹੇ ਹੈ, ਸਭ ਕੁਝ ਤੂੰ ਖੁਦ ਹੀ ਕਰ ਰਿਹਾ ਹੈ। ਤੂੰ ਜਾਣੋਈ ਸਭ ਸੇ, ਦਿਲ ਸਹਿ ਜਿੰਦ ਕਵਾਓ, ਕਰ ਆਸਣ ਡਿਠੋ ਚਾਓ, ਕਰ ਆਸਣ ਡਿਠੋ ਚਾਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਇੱਕ ਇਸ ਕਿਸਮ ਦੀ ਸ਼ਕਤੀ ਹੈ ਜਿਹਨੇ ਸੰਸਾਰ ਨੂੰ ਪੈਦਾ ਕੀਤਾ ਹੈ, ਉਹਦਾ ਕਿਸੇ ਨਾਲ ਵੈਰ ਨਹੀਂ, ਉਹ ਅਕਾਲ ਹੈ, ਕਾਲ ਦੇ ਦਾਇਰੇ ਵਿੱਚ ਨਹੀਂ, ਔਰ ਇਹ ਸੰਸਾਰ ਉਹ ਖੁਦ ਹੀ ਰਚਦਾ ਹੈ ਔਰ ਖੁਦ ਹੀ ਇਸ ਦੇ ਉਹ ਇੰਤਜ਼ਾਮ ਕਰਦਾ ਹੈ। ਜੈਸਾ ਜੈਸਾ ਕਿਸੇ ਦਾ ਕਰਮ ਕੋਈ ਕਮਾਉਂਦਾ ਹੈ ਉਹਨੂੰ ਵੈਸਾ ਹੀ ਫਲ ਦਿੰਦਾ ਹੈ, ਲੇਕਿਨ ਇਹ ਸਭ ਕੁਝ ਸਾਡੀ ਸਮਝ ਗੁਰੂਆਂ ਦੀ ਕਿਰਪਾ ਦੇ ਨਾਲ ਆਉਂਦਾ ਹੈ। ਇਹ ਉਸ ਦਾ ਹੀ ਫੈਸਲਾ ਹੁੰਦਾ ਹੈ ਕਿ ਕਿਸ ਨੂੰ ਗੁਰੂ ਮੇਲਣਾ ਹੈ, ਕਿਸ ਨੂੰ ਨਾਮ ਦਬਾਉਣਾ ਹੈ, ਕਿਸ ਤੋਂ ਮੈਂ ਇਸੇ ਜਨਮ ਵਿੱਚ ਕਮਾਈ ਕਰਾਉਣੀ ਹੈ। ਇਹ ਫੈਸਲਾ ਉਹਦਾ ਖੁਦ ਦਾ ਹੀ ਹੁੰਦਾ ਹੈ। ਜੀਵ ਇੱਕ ਬਹਾਨਾ ਹੀ ਹੁੰਦਾ ਹੈ, ਇਹਨੂੰ ਪਤਾ ਨਹੀਂ, ਲੇਕਿਨ ਜਦ ਅਸੀਂ ਅੰਦਰ ਜਾਂਦੇ ਹਾਂ ਉਸ ਵੇਲੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਉਹ ਪ੍ਰਮਾਤਮਾ ਦੀ ਤਾਕਤ ਹਰ ਜਗ੍ਹਾ ਕੰਮ ਕਰ ਰਹੀ ਹੈ। ਉਹ ਪ੍ਰਮਾਤਮਾ ਕਣ ਕਣ ਦੇ ਵਿੱਚ ਵਿਆਪਕ ਹੈ।